ਸੋ ਜਿਹੜੀ ਵੀ ਅਨਾਊਂਸਮੈਂਟਸ ਹੋ ਰਹੀਆਂ ਨੇ ਉਹ ਇਸ ਹੀ ਡਾਇਰੈਕਸ਼ਨ ਵਿੱਚ ਹੋ ਰਹੀਆਂ ਨੇ ਕਿ ਟੈਂਪਰੇਰੀ ਰੈਜ਼ੀਡੈਂਸ ਨੂੰ ਲੈ ਕੇ ਇਹਨਾਂ ਦਾ ਨੰਬਰ ਕਿਵੇਂ ਘਟਾਇਆ ਜਾਏ। ਆਬਾਦੀ ਘਟਾਉਣੀ ਹੈ ਬਿਲਕੁਲ। ਐਂਡ ਦਿਸ ਮੀਨਸ ਕਿ ਇਹ ਟੈਂਪਰੇਰੀ ਰੈਜ਼ੀਡੈਂਸ ਵਿਲ ਇਨਕਲੂਡ ਸਟੂਡੈਂਟਸ, ਵਰਕਰਸ, ਦੇਅਰ ਸਪਾਊਸਿਸ, ਬੇਸਿਕਲੀ ਉਹ ਲੋਕ ਜਿਹੜੇ ਪਰਮਾਨੈਂਟ ਰੈਜ਼ੀਡੈਂਟਸ ਨਹੀਂ ਹੈਗੇ। ਇਹਨਾਂ ਨੇ ਕਿਹਾ ਕਿ ਸਿਰਫ ਸਪਾਊਸਿਸ ਉਹਨਾਂ ਦੇ ਅਪਲਾਈ ਕਰ ਸਕਦੇ ਨੇ ਓਪਨ ਵਰਕ ਪਰਮਿਟ ਜਿਨ੍ਹਾਂ ਦੇ ਸਪਾਊਸਿਸ ਇੱਥੇ ਮਾਸਟਰਸ ਡਿਗਰੀ ਕਰ ਰਹੇ ਨੇ ਔਰ ਉਹ ਪ੍ਰੋਗਰਾਮ 16 ਮਹੀਨੇ ਤੋਂ ਜ਼ਿਆਦਾ ਹੋਣਾ ਚਾਹੀਦਾ। ਸੋ ਜਿਹੜੇ ਸਟੂਡੈਂਟਸ ਗ੍ਰੈਜੂਏਟ ਹੋ ਰਹੇ ਨੇ ਉਹਨਾਂ ਲਈ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਅਨਾਊਂਸਮੈਂਟ ਹੈਗੀ ਹੈ। ਸੋ ਹੁਣ ਉਹਨਾਂ ਨੇ ਕੀ ਕੀਤਾ ਹੈ, ਅੱਗੇ ਸਟੂਡੈਂਟ ਪਾਸ ਆਊਟ ਹੁੰਦਾ ਸੀ, ਗ੍ਰੈਜੂਏਟ ਹੁੰਦਾ ਸੀ ਔਰ ਉਹ ਆਪਣਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰ ਦਿੰਦਾ ਸੀ ਵਿਦਿਨ ਅ ਸਰਟਨ ਟਾਈਮ ਫਰੇਮ ਵਿਚ ਇਜ਼ ਗਿਵਨ। ਨਾਓ ਦੇ ਹੈਵ ਸੈਡ ਕਿ ਜਦੋਂ ਤੁਸੀਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰਨਾ ਹੈ, ਅਗਰ ਤੁਸੀਂ ਯੂਨੀਵਰਸਿਟੀ ਗ੍ਰੈਡ ਹੈਗੇ ਹੋ, ਯੂ ਹੈਵ ਟੂ ਗੈਟ CLB 7। ਸੋ ਯੂ ਹੈਵ ਟੂ ਹਿੱਟ ਦ ਕੈਨੇਡੀਅਨ ਲੈਂਗੁਏਜ ਬੈਂਚਮਾਰਕ। ਤੁਹਾਨੂੰ ਦੁਬਾਰਾ ਆਇਲਸ ਦੇਣੀ ਪਏਗੀ। ਇੱਕ ਨੀਨਾ ਜੀ ਉਹਨਾਂ ਨੇ ਇੱਕ ਚਿਹਰਾ ਪੀੜਾ ਕਰਕੇ ਇਮੀਗ੍ਰੇਸ਼ਨ ਮਿਨਿਸਟਰ ਨੇ ਹੋਰ ਗੱਲ ਕਹਿ ਦਿੱਤੀ ਕਿ ਅਸੀਂ ਕੋਈ ਕਾਸਮੈਟਿਕ ਚੇਂਜਸ ਨਹੀਂ ਲੈ ਕੇ ਆ ਰਹੇ, ਅਸੀਂ PR ਬਹੁਤ ਘੱਟ ਦੇਣੇ ਆ। ਕਰੈਕਟ। ਇਹਦਾ ਕੀ ਅਰਥ ਉਹਨਾਂ ਦਾ ਮਤਲਬ PR ਦੇ ਉੱਤੇ ਜਿਹੜੀ ਪਰਮਾਨੈਂਟ ਰੈਜ਼ੀਡੈਂਸੀ ਨਹੀਂ ਮਿਲਿਆ ਕਰਨੀ। ਕੈਨੇਡਾ ਦੀ ਜਿਹੜੀ ਫੈਡਰਲ ਸਰਕਾਰ ਆ ਉਹਨਾਂ ਨੇ ਹੁਣ ਜਿਹੜੀਆਂ ਤਬਦੀਲੀਆਂ ਲੈ ਕੇ ਆਉਂਦੀਆਂ ਨੇ, ਆਏ ਦਿਨ ਹੀ ਇਮੀਗ੍ਰੇਸ਼ਨ ਦੇ ਮਿਨਿਸਟਰ ਕੋਈ ਨਾ ਕੋਈ ਐਸੀ ਅਨਾਊਂਸਮੈਂਟ ਕਰ ਦਿੰਦੇ ਨੇ ਜਿਹੜੀ ਖਾਸ ਤੌਰ 'ਤੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਟੈਂਪਰੇਰੀ ਫੋਰਨ ਵਰਕਰਸ ਨੇ ਜਿਹੜੇ ਉਹਨਾਂ ਨੂੰ ਪ੍ਰਭਾਵਿਤ ਕਰਦੀ ਆ। ਅੱਜ ਨੀਨਾ ਜੀ ਸਾਨੂੰ ਦੱਸਣਗੇ ਕਿ ਕੱਲ੍ਹ ਜਿਹੜੇ ਮਿਨਿਸਟਰ ਆਏ ਸਨ, ਈਚ ਟਾਈਮ ਮਿਨਿਸਟਰ ਕਮਜ਼ ਇਨ ਵਿਦ ਐ ਆਇਰਨ ਫਿਸਟ ਅਤੇ ਆ ਕੇ ਕੋਈ ਨਾ ਕੋਈ ਇਹੋ ਜਿਹੀ ਗੱਲ ਕਰ ਜਾਂਦੇ ਨੇ ਜਿਸ ਦੇ ਨਾਲ ਹਜ਼ਾਰਾਂ ਲੋਕਾਂ ਦੀਆਂ ਜ਼ਿੰਦਗੀਆਂ ਪ੍ਰਭਾਵਿਤ ਹੋ ਜਾਂਦੀਆਂ ਨੇ। ਨੀਨਾ ਅਗਰਵਾਲ ਜੀ, ਜੀ ਆਇਆਂ ਨੂੰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ। ਸਤਿ ਸ਼੍ਰੀ ਅਕਾਲ ਹਰਜਿੰਦਰ ਜੀ, ਐਂਡ ਅ ਵੈਰੀ ਗੁੱਡ ਮਾਰਨਿੰਗ ਐਂਡ ਸਤਿ ਸ਼੍ਰੀ ਅਕਾਲ ਟੂ ਆਲ ਆਵਰ ਲਿਸਨਰਸ। ਤੁਸੀਂ ਬਿਲਕੁਲ ਬਹੁਤ ਸੋਹਣਾ ਟੈਕਸਟ ਯੂਜ਼ ਕੀਤਾ ਹੈ ਕਿ ਹੀ ਕਮਸ ਵਿਦ ਐਨ ਆਇਰਨ ਫਿਸਟ ਐਂਡ ਇਟ ਰੀਅਲੀ ਇੰਪੈਕਟਸ ਐਵਰੀਬਡੀ। ਸੋ ਕੱਲ੍ਹ ਅਗੇਨ ਹੀ ਗੇਵ ਅਨਾਊਂਸਮੈਂਟ ਔਰ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਦਿਲ ਬੀ ਲੋਟ ਆਫ ਚੇਂਜਿਸ ਅਫੈਕਟਿੰਗ ਦੀ ਐਲੀਜੀਬਿਲਿਟੀ, ਦੀ ਐਪਲੀਕੇਸ਼ਨ ਆਫ ਦਰ ਫਰਦਰ pathways. ਸੋ ਹਰਜਿੰਦਰ ਜੀ, ਆਹ ਜਿਹੜੀ ਚੇਂਜਿਸ ਹੁਣ ਆਈਆਂ, ਮੈਂ ਪਹਿਲਾਂ ਇਹ ਦੱਸਣਾ ਚਾਹਾਂਗੀ ਕਿ ਇਹਨਾਂ ਨੇ ਜਿਹੜੀ IRCC ਨੇ ਪਹਿਲਾਂ ਅਨਾਊਂਸਮੈਂਟ ਕੀਤੀ ਸੀ ਕਿ ਉਹ ਇੱਕ ਟੈਂਪਰੇਰੀ ਰੈਜ਼ੀਡੈਂਟਸ ਨੂੰ ਲੈ ਕੇ ਉਹਨਾਂ ਨੇ ਕੁਛ ਨੰਬਰ ਉਹਨਾਂ ਦਾ ਡਿਕਰੀਜ਼ ਕਰਨਾ, ਘਟਾਉਣਾ ਹੈ from about 6.5% of Canadians' total population down to about 5%. So 6.5% Canadian population ਤੋਂ ਉਹਨਾਂ ਨੇ 5% ਤੱਕ ਲੈ ਕੇ ਜਾਣਾ ਹੈ 2026 ਤੱਕ। ਸੋ ਜਿਹੜੀ ਵੀ ਅਨਾਊਂਸਮੈਂਟਸ ਹੋ ਰਹੀਆਂ ਨੇ ਉਹ ਇਸ ਹੀ ਡਾਇਰੈਕਸ਼ਨ ਵਿੱਚ ਹੋ ਰਹੀਆਂ ਨੇ ਕਿ ਟੈਂਪਰੇਰੀ ਰੈਜ਼ੀਡੈਂਸ ਨੂੰ ਲੈ ਕੇ ਇਹਨਾਂ ਦਾ ਨੰਬਰ ਕਿਵੇਂ ਘਟਾਇਆ ਜਾਏ। ਆਬਾਦੀ ਘਟਾਉਣੀ ਹੈ। ਬਿਲਕੁਲ। ਐਂਡ ਦਿਸ ਮੀਨਸ ਕਿ ਇਹ ਟੈਂਪਰੇਰੀ ਰੈਜ਼ੀਡੈਂਸ ਵਿਲ ਇਨਕਲੂਡ ਸਟੂਡੈਂਟਸ, ਵਰਕਰਸ, ਦੇਅਰ ਸਪਾਊਸਿਸ, ਬੇਸਿਕਲੀ ਉਹ ਲੋਕ ਜਿਹੜੇ ਪਰਮਾਨੈਂਟ ਰੈਜ਼ੀਡੈਂਟਸ ਨਹੀਂ ਹੈਗੇ। ਸੋ ਹੁਣ ਜਦੋਂ ਅਸੀਂ ਇੰਟਰਨੈਸ਼ਨਲ ਸਟੂਡੈਂਟਸ ਦੀ ਕੱਲ੍ਹ ਜਿਹੜੀ ਅਨਾਊਂਸਮੈਂਟ ਹੋਈ ਹੈ ਗੱਲ ਕਰਦੇ ਹਾਂ ਕਿ ਇਹਨਾਂ ਨੇ ਇੱਕ ਫਰਦਰ ਦੇ ਹੈਵ ਇੰਟਰੋਡਿਊਸਡ ਅ ਕੈਪ ਫॉर ਦੀ ਇੰਟਰਨੈਸ਼ਨਲ ਸਟੂਡੈਂਟਸ ਕਿ ਉਹਨਾਂ ਦੀ ਜਿਹੜੀ 2024 ਦਾ ਜਿਹੜਾ ਟਾਰਗੇਟ ਸੀ ਉਸ ਤੋਂ ਫਰਦਰ 10% ਹੋਰ ਰਿਡਕਸ਼ਨ ਕਰ ਰਹੇ ਨੇ ਸਟੱਡੀ ਪਰਮਿਟਸ ਲਈ। ਦੈਟ ਬੀਇੰਗ ਸੈਡ 2025 ਦੇ ਵਿੱਚ ਇਹਨਾਂ ਨੇ 437,000 study permits issue ਕਰਨੇ ਨੇ। They plan to stabilize the intake in 2026. But ਆ ਜਿਹੜੀ ਇਹਨਾਂ ਨੇ ਕਟੌਤੀ ਕੀਤੀ ਹੈ 10% ਦੇ ਨਾਲ ਔਰ ਅੱਗੇ ਜਿਹੜੀ ਸਟੇਬਲਾਈਜੇਸ਼ਨ ਕਰ ਰਹੇ ਨੇ, IRCC ਐਕਸਪੈਕਟ ਕਰ ਰਿਹਾ ਕਿ ਇਹਦੇ ਨਾਲ 300,000 ਲੈਸਰ ਸਟੱਡੀ ਪਰਮਿਟਸ ਇਸ਼ੂ ਕੀਤੇ ਜਾਣਗੇ in the coming few years. 3 ਲੱਖ ਜੀ। ਸੋ ਦਿਸ ਇਜ਼ ਗੋਇੰਗ ਟੂ ਹੈਵ ਅ ਹਿਊਜ ਇੰਪੈਕਟ। ਔਰ ਇਹ ਵੀ ਮੈਂ ਇੱਥੇ ਦੱਸਣਾ ਚਾਹਾਂਗੀ ਔਰ ਇਹ ਮਿਨਿਸਟਰ ਨੇ ਵੀ ਕੱਲ੍ਹ ਬੋਲਿਆ ਹੈ ਕਿ ਅਸੀਂ ਜਦੋਂ ਇਹ ਚੇਂਜਿਸ ਇੰਪਲੀਮੈਂਟ ਕਰਦੇ ਹਾਂ ਸਾਨੂੰ ਇੱਕ ਵਾਰੀ ਲੱਗਦਾ ਹੈ ਕਿ ਸ਼ਾਇਦ ਸਾਨੂੰ ਦੀਸ ਵਿਲ ਬੀ ਵਿਜ਼ੀਬਲ ਰਾਈਟ ਅਵੇ, ਬਟ ਇਹ ਵਾਲੇ ਚੇਂਜਿਸ ਸਾਨੂੰ ਹੌਲੀ ਹੌਲੀ ਵਿਦ ਟਾਈਮ ਫਰੇਮ ਵੀ ਵਿਲ ਬੀ ਲੁਕਿੰਗ ਇਨ ਟੂ ਦੈਟ। We will be able to see these changes, and especially our ਜਿਹੜੇ changes ਕੱਲ੍ਹ ਕੀਤੇ ਨੇ, probably what we think is ਕਿ by next year end ਦੇ ਅਰਾਊਂਡ we will be able to see ਕਿ ਇਹਦਾ ਇੰਪੈਕਟ ਕੀ ਹੋ ਰਿਹਾ ਉਦੋਂ। ਜੀ। ਸੋ ਇੱਕ ਇਹ ਬਹੁਤ ਵੱਡੀ ਚੇਂਜ ਆਈ ਹੈ ਅਤੇ ਦੂਜੀ ਜਿਹੜੀ ਇੱਕ ਹੋਰ ਚੇਂਜ ਆਈ ਹੈ ਕਿ ਇਸ ਸਾਲ ਦੇ ਸ਼ੁਰੂ ਦੇ ਵਿੱਚ ਪਹਿਲੀ ਜਿਹੜੀ ਚੇਂਜ ਹੈ ਸਮਝੀਏ ਵੀ ਵਿਦਿਆਰਥੀਆਂ 'ਤੇ ਹੁਣ ਬਹੁਤ ਸਖਤੀ ਹੋ ਜਾਏਗੀ
ਇੰਟਰਨੈਸ਼ਨਲ ਸਟੂਡੈਂਟਸ ਜੀ। ਬਹੁਤ ਘੱਟ ਲੈ ਕੇ ਆਉਣਗੇ। ਜੀ 35% ਪਹਿਲਾਂ, 10% ਹੁਣ ਘਟਾ ਦਿੱਤੇ ਆ। ਘਟਾ ਦਿੱਤੇ ਹਾਲੇ ਵੀ ਬਸ ਨਹੀਂ ਮੈਨੂੰ ਲੱਗਦਾ। ਅਜੇ ਦੇਖੋ there is always a question mark, Yeah. right? And ਇੱਕ ਹੋਰ ਜਿਹੜੀ ਬਹੁਤ ਵੱਡੀ ਚੇਂਜ ਆਈ ਹੈ ਉਹ ਲੈ ਕੇ ਆਈ ਹੈ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰਸ ਨੂੰ ਲੈ ਕੇ। ਸੋ ਆਹ ਜਿਹੜੀ ਲੈਟਰਸ ਨੇ these were introduced early this year ਔਰ ਇਹ ਮੈਂਡੇਟਰੀ ਸੀ ਸਿਰਫ ਕਾਲਜ ਸਟੂਡੈਂਟਸ ਐਂਡ ਅੰਡਰਗ੍ਰੈਡ ਸਟੂਡੈਂਟਸ ਲਈ। ਔਰ IRCC ਨੇ ਇਹ ਲੈਟਰਸ ਇੰਟਰੋਡਿਊਸ ਕੀਤੀਆਂ ਸੀ ਟੂ ਵੈਰੀਫਾਈ ਕਿ ਜਿਹੜੀ ਐਪਲੀਕੇਸ਼ਨ ਸਬਮਿਟ ਹੋ ਰਹੀਆਂ ਨੇ ਇੱਕ ਉਹ ਜੈਨੂਇਨ ਨੇ ਐਂਡ ਟੂ ਸਟੈਬਲਾਈਜ਼ ਦ ਨੰਬਰ ਆਫ ਸਟੱਡੀ ਪਰਮਿਟਸ। ਸੋ ਇਹ ਸਾਲ ਦੇ ਸ਼ੁਰੂ ਵਿੱਚ ਕੀਤੀਆਂ ਸੀ ਔਰ ਇਹਦੇ ਵਿੱਚ ਜਿਹੜੀ ਮਾਸਟਰਸ ਐਂਡ ਡਾਕਟਰਲ ਸਟੂਡੈਂਟਸ ਸੀ ਜੇ University ਜਾਣ ਵਾਲੇ। ਕਰੈਕਟ, ਸੋ ਦੇ ਵਰ ਐਗਜ਼ੈਂਪਟ, ਦੇ ਨੈਵਰ ਨੀਡਿਡ ਦ ਪੈਲ। ਪਰ ਜਿਹੜੀ ਕੱਲ੍ਹ ਅਨਾਊਂਸਮੈਂਟ ਆਈ ਹੈ ਉਹਦੇ ਵਿੱਚ ਉਹਨਾਂ ਨੇ ਹੁਣ ਕਹਿ ਦਿੱਤਾ ਹੈ ਕਿ ਮਾਸਟਰਸ ਐਂਡ ਡਾਕਟਰੇਟ ਸਟੂਡੈਂਟਸ ਵਿਲ ਆਲਸੋ ਨੀਡ ਅ ਪ੍ਰੋਵਿੰਸ਼ੀਅਲ attestation letter along with the letter of acceptance from the school. ਅੰਗਰੇਜ਼ੀ ਦਾ ਟੈਸਟ ਵੀ ਦੇਣਾ ਪਿਆ ਕਰਨਾ? ਇੰਗਲਿਸ਼ ਦਾ ਟੈਸਟ ਦੇਣਾ ਹੀ ਹੁੰਦਾ ਜੀ, ਆਇਲਸ ਦਾ ਤਾਂ ਦੇਣਾ ਹੀ ਹੁੰਦਾ। ਬਟ ਅੱਗੇ ਉਹਨਾਂ ਨੇ ਇੱਕ ਹੋਰ ਚੀਜ਼ ਇੰਟਰੋਡਿਊਸ ਕੀਤੀ ਜਿਹੜੀ ਆਪਾਂ ਹੁਣ ਥੋੜ੍ਹੀ ਦੇਰ ਤੱਕ ਗੱਲ ਕਰਦੇ ਹਾਂ ਆਇਲਸ ਨੂੰ ਲੈ ਕੇ, ਵਿਚ ਇਜ਼ ਅ ਬਿਗ ਹੈਮਰ ਟੂ ਦ ਸਟੂਡੈਂਟਸ। ਸੋ ਜਿਹੜੇ ਹੁਣ ਜਿਹੜੇ ਮਾਸਟਰਸ ਐਂਡ ਡਾਕਟਰੇਟ ਸਟੂਡੈਂਟਸ ਹੋਣਗੇ ਦੇ ਵਿਲ ਬੀ ਨਾਓ ਐਲੋਕੇਟਿਡ ਅਕਰੋਸ ਦ ਪ੍ਰੋਵਿੰਸਿਸ ਆਲਸੋ, ਕਿ ਵੀ ਕਿੱਥੇ ਐਲੋਕੇਸ਼ਨ ਹੋਗੀ, ਕਿਹੜੇ ਕਾਲਜ ਜਾਣਾ, ਕਿਹੜੇ ਯੂਨੀਵਰਸਿਟੀਜ਼ ਵਿੱਚ ਉਹਨਾਂ ਨੇ ਆਪਣੀ ਡਿਗਰੀਜ਼ ਕਰਨੀਆਂ ਨੇ। ਇਹ ਸਰਕਾਰ ਫੈਸਲਾ, ਇਮੀਗ੍ਰੇਸ਼ਨ ਡਿਪਾਰਟਮੈਂਟ ਫੈਸਲਾ ਕਰੇ। ਸੋ ਹਾਂਜੀ, ਦੇ ਵਿਲ ਐਲੋਕੇਟ ਕਿਹੜੇ ਕਿਹੜੇ ਸਕੂਲ ਵਿੱਚ ਜਾਣਾ। ਸੋ ਦੀਜ਼ ਆਰ ਦ ਟੂ ਮੇਜਰ ਚੇਂਜਸ that have come in pertaining to the international students yesterday. ਤੇ ਜਿਹੜੇ ਸਪਾਊਸਸ ਨੇ ਉਹਨਾਂ 'ਤੇ ਕੀ ਅਸਰ ਪੈਣਾ? Spouses ਦੀ ਇਹਨਾਂ ਨੇ again they have come up with a very strict rule. ਅੱਗੇ ਸੀ ਕਿ ਮਾਸਟਰਸ ਜਿਹੜੇ ਪ੍ਰੋਗਰਾਮ ਕਰ ਰਹੇ ਨੇ ਬੱਚੇ ਜਾਂ ਕੈਂਡੀਡੇਟਸ, ਉਹਨਾਂ ਦੇ spouses they could apply for the spousal open work permit. So again ਉਹਨਾਂ ਨੇ ਲਿਮਿਟਿੰਗ ਵਰਕ ਪਰਮਿਟ ਐਲੀਜੀਬਿਲਿਟੀ ਲਿਮਿਟ ਕਰਨ ਲਈ ਇਹਨਾਂ ਨੇ ਕੀ ਕੀਤਾ ਹੈ ਕਿ ਇਹਨਾਂ ਨੇ ਕਿਹਾ ਹੈ ਕਿ ਸਿਰਫ ਸਪਾਊਸਸ ਉਹਨਾਂ ਦੇ ਅਪਲਾਈ ਕਰ ਸਕਦੇ ਨੇ ਓਪਨ ਵਰਕ ਪਰਮਿਟ ਜਿਨ੍ਹਾਂ ਦੇ ਸਪਾਊਸਸ ਇੱਥੇ ਮਾਸਟਰਸ ਡਿਗਰੀ ਕਰ ਰਹੇ ਨੇ ਔਰ ਉਹ ਪ੍ਰੋਗਰਾਮ 16 ਮਹੀਨੇ ਤੋਂ ਜ਼ਿਆਦਾ ਹੋਣਾ ਚਾਹੀਦਾ ਹੈ। ਸੋ ਇਫ ਦ ਮਾਸਟਰਸ ਪ੍ਰੋਗਰਾਮ ਇਜ਼ ਲੈਸ ਦੈਨ 16 month ਡਿਊਰੇਸ਼ਨ, ਅਗਰ ਕੋਈ ਉਸ ਪ੍ਰੋਗਰਾਮ ਵਿੱਚ ਐਨਰੋਲਡ ਹੈਗਾ ਤੇ ਉਹਨਾਂ ਦੇ his or her spouse cannot apply for a spousal open work permit. And if we look at the numbers which the minister gave yesterday, ਉਹ ਕਹਿੰਦੇ ਨੇ ਅਗਰ ਅਸੀਂ ਇਸ ਚੀਜ਼ ਨੂੰ ਇੰਪਲੀਮੈਂਟ ਕਰਨੇ ਆ, it will result in about 50,000 fewer spousal open work permits. So you can see where the numbers are going. So ਇੱਥੇ ਇਹਨਾਂ ਨੇ spousal open work permits ਘਟਾ ਦਿੱਤੇ ਨੇ, keeping a condition that the master's degree has to be more than 16 months. Otherwise, they will not be eligible to apply. ਅੱਛਾ ਨੀਨਾ ਜੀ, ਸਾਰਿਆਂ ਨੂੰ ਵੱਧ ਫਿਕਰਮੰਦੀ ਉਹਨਾਂ ਲੋਕਾਂ ਨੂੰ ਹੈ ਜਿਨ੍ਹਾਂ ਦੇ ਹੁਣ ਸਟੱਡੀ ਪਰਮਿਟ ਨੇ, ਵਰਕ ਪਰਮਿਟ ਨੇ, ਕਈ ਟੈਂਪਰੇਰੀ ਫੋਰਨ ਵਰਕਰ ਨੇ, ਉਹ ਪਰਮਿਟ ਐਕਸਪਾਇਰ ਹੋ ਰਹੇ ਨੇ ਜੀ। ਕੀ ਆਪਸ਼ਨ ਹੋਣੀ ਹੈ ਉਹਨਾਂ ਕੋਲੇ ਹੁਣ? ਸੋ ਦੈਟਸ ਅ ਬਿਗ ਕੁਐਸਚਨ ਹਰਜਿੰਦਰ ਜੀ। ਜਿਨ੍ਹਾਂ ਕੋਲ ਤੇ ਟਾਈਮ ਹੈਗਾ ਜੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਦਾ ਦੇ ਹੈਵ ਟਾਈਮ। I will highly encourage ਕਿ ਅਗਰ ਉਹ French, so there are some streams ਜਿਹਦੇ ਵਿੱਚ ਕਿ draws ਦੇ points ਘੱਟ ਨੇ, so if they can get into those streams, if they can learn French, French speaking ਦੇ draws ਬਹੁਤ ਜ਼ਿਆਦਾ ਆ ਰਹੇ ਨੇ ਔਰ ਉਹਨਾਂ ਦੇ points ਇਸ ਵੇਲੇ ਮੇਰੇ ਕੋਲ ਡਾਟਾ ਹੈ ਨਹੀਂ, ਬਟ ਉਹਨਾਂ ਦੇ ਜਿਹੜੇ points ਨੇ as compared to the regulars ਹੈਗੇ ਨੇ ਉਹ ਘੱਟ ਹੈਗੇ ਨੇ। If they can get into the health sector, if they can get into the transportation sector, so IRCC is pulling targeted draws. That's what we call them. So ਇਹਨਾਂ ਜਿਹੜੇ targeted draws ਦੇ ਵਿੱਚ ਅਗਰ ਬੱਚਿਆਂ ਦੀ eligibility ਬਣਦੀ ਹੈ, if they have planned and if they are working in those sectors, ਉੱਥੇ the chances of them getting invited is quite high. But again, if they have planned that or PGWP expired ਨਾ ਹੋ ਰਿਹਾ ਹੋਏ ਉਹਨਾਂ ਦਾ। Yeah. ਸੋ ਪੋਸਟ ਗ੍ਰੈਜੂਏਟ ਸਟੂਡੈਂਟਸ ਲਈ ਕਾਫੀ ਤਬਦੀਲੀਆਂ ਆ ਗਈਆਂ ਹੁਣ, ਜਿਹੜੀ ਕੱਲ੍ਹ ਦੀ ਅਨਾਊਂਸਮੈਂਟ ਸੀ ਜੀ। ਪੋਸਟ ਗ੍ਰੈਜੂਏਟ ਵਰਕ ਪਰਮਿਟ ਦੀ ਇੱਕ ਤੇ ਇਹਨਾਂ ਨੇ ਅਨਾਊਂਸ ਕੀਤਾ ਹੈ, ਵਿਚ ਵੀ ਆਰ ਸਟਿਲ ਵੇਟਿੰਗ ਔਨ ਦ ਕਲੈਰਿਟੀ ਕਿ ਅੱਗੇ ਜਿਹੜਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਜਿਹੜਾ ਦਿੱਤਾ ਜਾਏਗਾ that will be aligned with the studies, ਬੱਚੇ ਕੀ ਪੜ੍ਹ ਰਹੇ ਨੇ ਔਰ ਲੇਬਰ ਮਾਰਕੀਟ ਨੀਡ ਕੀ ਹੈਗੀ ਹੈ। ਸੋ ਵੀ ਸਟਿਲ ਨੀਡ ਕਲੈਰਿਟੀ ਔਨ ਦੈਟ ਕਿ ਵੀ ਕਿੰਨਾਂ ਨੂੰ ਮਿਲਣਾ, ਕਿੰਨਾਂ ਨੂੰ ਨਹੀਂ ਮਿਲਣਾ। ਬਟ ਜਿਹੜੀ ਇੱਕ ਬਹੁਤ ਅਹਿਮ ਜਿਹੜੀ ਇਹਨਾਂ ਨੇ ਕੱਲ੍ਹ ਅਨਾਊਂਸਮੈਂਟ ਕੀਤੀ ਹੈ, ਐਂਡ ਦੈਟ ਇਜ਼ ਬਿੰਗ ਇੰਪਲੀਮੈਂਟਡ ਫਰੋਮ November 1st,
ਸੋ ਜਿਹੜੇ ਸਟੂਡੈਂਟਸ ਗ੍ਰੈਜੂਏਟ ਹੋ ਰਹੇ ਨੇ ਉਹਨਾਂ ਲਈ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਅਨਾਊਂਸਮੈਂਟ ਹੈਗੀ ਹੈ। ਸੋ ਹੁਣ ਉਹਨਾਂ ਨੇ ਕੀ ਕੀਤਾ ਹੈ, ਅੱਗੇ ਸਟੂਡੈਂਟ ਪਾਸ ਆਊਟ ਹੁੰਦਾ ਸੀ, ਗ੍ਰੈਜੂਏਟ ਹੁੰਦਾ ਸੀ ਔਰ ਆਪਣਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰ ਦਿੰਦਾ ਸੀ ਵਿਦਿਨ ਅ ਸਰਟਨ ਟਾਈਮ ਫਰੇਮ ਵਿਚ ਇਜ਼ ਗਿਵਨ। ਨਾਓ ਦੇ ਹੈਵ ਸੈਡ ਕਿ ਜਦੋਂ ਤੁਸੀਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰਨਾ ਹੈ, ਅਗਰ ਤੁਸੀਂ ਯੂਨੀਵਰਸਿਟੀ ਗ੍ਰੈਡ ਹੈਗੇ ਹੋ, you have to get CLB 7. So you have to hit the, Canadian language benchmark. ਤੁਹਾਨੂੰ ਦੁਬਾਰਾ IELTS ਦੇਣੀ ਪਏਗੀ। ਤੁਹਾਨੂੰ CLB 7 for 7 ਸਕੋਰ ਲੈਣੇ ਪੈਣਗੇ। ਜੀ, for university graduates. For college graduates, it will be CLB 5. So ਔਰ ਇਸ ਚੀਜ਼ ਦੇ ਨਾਲ ਅਗੇਨ ਮਿਲਰ ਦੀ ਜਿਹੜੀ ਐਕਸਪੈਕਟੇਸ਼ਨ ਹੈਗੀ ਹੈ, ਹੀ ਸੈਡ ਦੈਟ the PGWP ਇੰਨੇ ਘੱਟ ਹੋ ਜਾਣਗੇ ਅਰਾਊਂਡ 175,000। ਸੋ ਮੇਰੀ ਬੇਨਤੀ ਉਹਨਾਂ ਸਟੂਡੈਂਟਸ ਵੱਲ ਹੈਗੀ ਹੈ ਜਿਹੜੇ ਕਿ ਹੁਣ ਗ੍ਰੈਜੂਏਟ ਹੋ ਰਹੇ ਨੇ ਕਿ ਪਲੀਜ਼ ਤੁਸੀਂ ਧਿਆਨ ਰੱਖੋ ਕਿ ਕਦੋਂ ਤੁਹਾਡੀ ਗ੍ਰੈਜੂਏਸ਼ਨ ਕੰਪਲੀਟ ਹੋ ਰਹੀ ਹੈ। ਆਪਣੀ ਆਇਲਸ ਦੀ ਤਿਆਰੀ ਰੱਖੋ ਬਿਕੋਜ਼ ਯੂ ਨੋ ਦੈਟ ਯੂ ਹੈਵ ਟੂ ਅਪਲਾਈ ਫॉर ਯੋਰ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਿਦਿਨ ਅ ਸਰਟਨ ਟਾਈਮ ਫਰੇਮ। ਸੋ ਤੁਸੀਂ ਪਹਿਲਾਂ ਹੀ ਪਲਾਨ ਕਰਕੇ ਰੱਖੋ ਕਿ ਤੁਸੀਂ ਅਗਰ ਪੋਸਟ ਗ੍ਰੈਜੂਏਟ ਵਰਕ ਪਰਮਿਟ ਇਸ ਤੋਂ ਬਿਨਾਂ ਅਪਲਾਈ ਨਹੀਂ ਕਰ ਸਕਦੇ, ਅਗਰ ਤੁਹਾਡੀ ਆਇਲਸ ਦੀ ਤਿਆਰੀ ਨਹੀਂ ਹੈ, ਪਲੀਜ਼ ਗੋ ਟੇਕ ਕਲਾਸਿਸ, ਮੇਕ ਸ਼ੋਰ ਯੂ ਰਾਈਟ ਯੋਰ ਟੈਸਟ ਔਨ ਟਾਈਮ, ਮੇਕ ਸ਼ੋਰ ਯੂ ਹੈਵ ਦੀ ਐਲੀਜੀਬਿਲਿਟੀ, ਤੁਹਾਡੀ ਆਇਲਸ ਤਿਆਰ ਹੋਵੇ ਤਾਂ ਕਿ ਤੁਹਾਡੇ ਗ੍ਰੈਜੂਏਟ ਹੁੰਦੇ ਹੀ ਤੁਸੀਂ ਆਪਣਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰ ਸਕੋ, ਮੀਟਿੰਗ ਦੀ ਅਦਰ ਐਲੀਜੀਬਿਲਿਟੀ ਰਿਕੁਆਇਰਮੈਂਟਸ ਆਫ ਕੋਰਸ। ਇੱਕ ਨੀਨਾ ਜੀ, ਉਹਨਾਂ ਨੇ ਇੱਕ ਚਿਹਰਾ ਪੀੜਾ ਕਰਕੇ ਇਮੀਗ੍ਰੇਸ਼ਨ ਮਿਨਿਸਟਰ ਨੇ ਹੋਰ ਗੱਲ ਕਹਿ ਦਿੱਤੀ ਕਿ ਅਸੀਂ ਕੋਈ ਕਾਸਮੈਟਿਕ ਚੇਂਜਸ ਨਹੀਂ ਲੈ ਕੇ ਆ ਰਹੇ, ਅਸੀਂ PR ਬਹੁਤ ਘੱਟ ਦੇਣੇ ਆ। ਕਰੈਕਟ। ਇਹਦਾ ਕੀ ਅਰਥ ਉਹਨਾਂ ਦਾ ਮਤਲਬ PR ਦੇ ਉੱਤੇ ਜਿਹੜੀ ਪਰਮਾਨੈਂਟ ਰੈਜ਼ੀਡੈਂਸੀ ਨਹੀਂ ਮਿਲਿਆ ਕਰਨੀ? ਜੀ ਨਹੀਂ, ਉਹਨਾਂ ਨੇ ਨਹੀਂ ਆਖਿਆ। ਸੋ ਦੇ ਆਰ ਗੋਇੰਗ ਟੂ ਕਮ ਅਪ ਵਿਦ ਦਿਸ ਔਨ November 1st, ਦੈਟਸ ਵਾਟ ਵੀ ਆਰ ਹੋਪਿੰਗ। ਸੋ ਨੈਕਸਟ ਅਨਾਊਂਸਮੈਂਟ ਉਹਨਾਂ ਨੇ ਕਿਹਾ ਹੈ November 1st 'ਤੇ ਹੈਗੀ ਹੈ। ਸੋ PR ਉਹਨਾਂ ਨੇ ਇਹ ਨਹੀਂ ਕਿਹਾ ਕਿ ਨਹੀਂ ਦੇਣੀ ਹੈ, ਬਟ ਆਈ ਥਿੰਕ ਦੈਟ ਦੇ ਵਿਲ ਬੀ ਰਿਡਿਊਸਿੰਗ ਦ ਨੰਬਰ ਆਫ PR ਐਪਲੀਕੇਸ਼ਨਸ। ਸੋ ਦੇ ਮਾਈਟ ਟਾਰਗੇਟ ਦ ਨੰਬਰ ਆਫ ਐਪਲੀਕੇਸ਼ਨਸ ਫॉर ਸਪਾਊਸਲਸ, ਮੇ ਬੀ ਰਿਫਿਊਜੀ 'ਤੇ ਕੁਛ ਘੱਟ ਕਰਨ, ਜਾਂ ਹੋ ਸਕਦਾ ਹੈ ਕਿ ਜਿਹੜੀ ਐਕਸਪ੍ਰੈਸ ਐਂਟਰੀ ਦੇ ਜਿਹੜੇ ਡਰਾਸ ਨਿਕਲ ਰਹੇ ਨੇ ਉਹਦੇ ਵਿੱਚ ਕੁਛ ਘਟੋਦੀ ਕਰ ਦੇਣ। ਸੋ ਵੀ ਆਰ ਨਾਟ ਕਲੀਅਰ ਔਨ ਦੈਟ, ਬਟ ਹੀ ਡਿਡ ਮੈਂਸ਼ਨ ਕਿ ਵੀ ਦੇ ਆਰ ਥਿੰਕਿੰਗ ਔਨ ਦੋਸ ਲਾਈਨਸ ਐਂਡ ਦੇ ਵਿਲ ਕਮ ਅਪ ਵਿਦ ਦੈਟ। ਸੋ ਵੀ ਆਰ ਵੇਟਿੰਗ ਫॉर ਦ ਨੈਕਸਟ ਅਨਾਊਂਸਮੈਂਟ। ਹੋਪਫੁਲੀ 1 November ਨੂੰ there is going to be an announcement, and it's still unpredictable ਕਿ ਉਹ ਕੀ ਕਹਿਣਗੇ। He did hint upon that, so let's wait and watch. ਤੁਹਾਡਾ ਟੈਲੀਫੋਨ ਨੰਬਰ ਕੀ ਹੈ ਜੇ ਕਿਸੇ ਨੇ ਤੁਹਾਡਾ? ਮੇਰਾ ਟੈਲੀਫੋਨ ਨੰਬਰ ਜੀ 778 707 6666 777 707 6666। ਤੇ ਤੁਸੀਂ ਕਿੱਥੇ ਪ੍ਰੈਕਟਿਸ ਕਰਦੇ ਹੋ? ਮੈਂ 8077 King George Boulevard. My unit number is 104. 778 707 6666 'ਤੇ ਟੈਲੀਫੋਨ ਕਰਕੇ ਤੁਸੀਂ ਜੇ ਕੋਈ ਸਵਾਲ ਹੈ ਮਨ ਦੇ ਵਿੱਚ ਨੀਨਾ ਅਗਰਵਾਲ ਜੀ ਨੂੰ ਪੁੱਛ ਸਕਦੇ ਹੋ। ਬਹੁਤ ਬਹੁਤ ਮਿਹਰਬਾਨੀ ਜੀ। Thank you, Harjinder ji, for having me over. Pleasure. Thank you. Thank you.